ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਹਮੇਸ਼ਾ ਇਸ ਤਰ੍ਹਾਂ ਅਸੀਂ ਐਂਡ ਵਾਲੇ ਸੈਗਮੈਂਟ ਵਿੱਚ ਅਸੀਂ ਅੱਜ ਦਾ ਵਿਚਾਰ ਗੁਰਬਾਣੀ ਵਿਚਾਰ ਆਪਾਂ ਸਰਵਣ ਕਰਦੇ ਹਾਂ ਡਾਕਟਰ ਸਾਹਿਬ ਕੋਲੋਂ। ਪਰ ਅੱਜ ਅਸੀਂ ਜਿਸ ਤਰ੍ਹਾਂ ਕਿ ਮੋਦੀ ਸਰਕਾਰ ਵੱਲੋਂ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ ਹੈ, ਸੋ ਅਸੀਂ ਕਸ਼ਮੀਰੀਆਂ ਦੇ ਵੀਰ ਭੈਣਾਂ ਨਾਲ ਆਪਾਂ ਖੜੇ ਹਾਂ, ਉਹਨਾਂ ਦੇ ਨਾਲ ਖੜੇ ਹਾਂ ਔਰ ਹਮਾਇਤ ਵੀ ਕਰਦੇ ਹਾਂ ਉਹਨਾਂ ਦੀ ਆਜ਼ਾਦੀ। ਉਹਨਾਂ ਨੂੰ ਵਾਹਿਗੁਰੂ ਕਰੇ ਕਿ ਜਲਦੀ ਤੋਂ ਜਲਦੀ ਮਿਲ ਜਾਵੇ। ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਵਿੱਚ ਵਾਹਿਗੁਰੂ ਹਿੰਮਤ ਦੇਵੇ। ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਰੂਹਾਨੀਅਤ 'ਚ ਯਕੀਨ ਰੱਖਣ ਵਾਲੇ ਲੋਕ ਨੇ, ਮਜ਼ਹਬ ਨੇ ਜਿਨ੍ਹਾਂ ਦੇ ਵਿੱਚ ਸਿੱਖ ਮਜ਼ਹਬ ਇਸਲਾਮ ਵਾਂਗ ਰੱਬ ਦੀ ਗੱਲ ਪਾਣਾ ਹੁਕਮ ਉਸ ਦੇ ਵਿੱਚ ਹੀ ਸਭ ਕੁਝ ਹੁੰਦਾ ਹੈ, ਇਸ 'ਚ ਅਸੀਂ ਯਕੀਨ ਰੱਖਦੇ ਜੀ। ਪਰ ਇਹ ਵੀ ਹੁੰਦਾ ਹੈ ਕਿ ਜਦੋਂ ਅਸੀਂ ਰੱਬ ਦੇ ਚਰਨਾਂ 'ਚ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਅੱਲਾਹ ਤਾਲਾ ਦੇ ਅੱਗੇ, ਤੇ ਉਸ ਅਰਦਾਸ ਜਾਂ ਦੁਆ ਦੇ ਵਿੱਚ ਵੀ ਤਾਕਤ ਹੁੰਦੀ ਹੈ। ਬਿਲਕੁਲ। ਅੱਜ ਅਸੀਂ ਬੇਬਸੀ ਦਾ ਆਲਮ ਹੈ, ਜੰਮੂ ਕਸ਼ਮੀਰ ਦੇ ਲੋਕਾਂ ਦੇ ਲਈ ਅਸੀਂ ਕੁਛ ਨਹੀਂ ਕਰਨ ਦੇ ਸਮਰੱਥ, ਬਿਲਕੁਲ, ਲੇਕਿਨ ਹਜ਼ਾਰਾਂ ਮੀਲ ਦੂਰ ਬੈਠੇ ਅਸੀਂ ਉਹਨਾਂ ਦੇ ਲਈ ਅਰਦਾਸ ਕਰ ਸਕਦੇ ਹਾਂ। ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੁੰਦਾ ਜੀ, ਤੇ ਤੁਸੀਂ ਫਿਰ ਦੂਸਰੇ ਦੀ ਪੀੜ ਨੂੰ, ਦਰਦ ਨੂੰ, ਤਕਲੀਫ ਨੂੰ ਮਹਿਸੂਸ ਕਰ ਸਕਦੇ ਹੋ। ਜੀ। ਅਸੀਂ ਸਿੱਖ ਕੌਮ ਨੇ ਜੂਨ 84 ਦਾ ਪਹਿਲਾ ਹਫ਼ਤਾ ਜਦੋਂ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਪੰਜਾਬ ਦੇ 12,000 ਪਿੰਡਾਂ 'ਚ ਅਗਲੇ 10-12 ਸਾਲ ਕਿਵੇਂ ਫਿਰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਔਰ ਸਿੱਖ ਕਿਲਿੰਗਸ, ਯੂਥ ਕਿਲਿੰਗਸ ਦੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ, ਕਿਵੇਂ ਫੌਜ, ਉਹਨਾਂ ਦੀਆਂ ਸੈਂਟਰਲ ਏਜੰਸੀਆਂ, ਸੈਂਟਰਲ ਸਿਕਿਉਰਿਟੀ ਫੋਰਸਿਸ, ਪੰਜਾਬ ਪੁਲਿਸ ਅੱਡ-ਅੱਡ ਨੂੰ ਕੰਮ ਦਿੱਤੇ ਗਏ ਵੀ ਕਿਹਨਾਂ ਨੇ ਕਿੱਥੇ ਕਿੱਥੇ ਕੀ ਕਰਨਾ ਜੀ। ਔਰ ਜੋ ਪੰਜਾਬ 'ਚ ਕੀਤਾ ਗਿਆ ਉਹੀ ਮਾਡਲ ਜਿਹੜਾ ਹੈ, ਉਹੀ ਟੈਸਟ ਲੈਬ ਜਿਹੜੀ ਪੰਜਾਬ ਸੀ ਉਹ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਲਾਗੂ ਕੀਤੀ ਗਈ। ਪਰ ਹੁਣ ਤੇ ਬਿਲਕੁਲ ਜਿਹੜਾ ਉਹ ਸ਼ਰਮ ਲਾ ਕੇ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਉੱਥੇ ਫੌਜ ਦੇ ਨਾਲ 28,000 ਤੋਂ ਜ਼ਿਆਦਾ CRPF ਦੇ ਜਵਾਨ ਸੁੱਟੇ ਔਰ ਆਰਟੀਕਲ 370 ਖਤਮ ਕਰ ਦਿੱਤਾ ਹੈ, ਜੰਮੂ ਕਸ਼ਮੀਰ ਨੂੰ 2 ਹਿੱਸਿਆਂ 'ਚ ਵੰਡ ਕੇ ਉਹਦਾ ਸਟੇਟਹੁੱਡ ਹੀ ਖਤਮ ਕਰ ਦਿੱਤਾ ਹੈ। ਇੱਕ ਨੂੰ ਸਿੱਧੀ ਟੈਰੀਟਰੀ ਦੇ ਥੱਲੇ ਚੰਡੀਗੜ੍ਹ ਵਾਂਗ ਪੌਂਡੀਚੇਰੀ ਨੂੰ ਲੈ ਲਿਆ ਔਰ ਜੰਮੂ ਕਸ਼ਮੀਰ ਨੂੰ। ਔਰ ਗੱਲ ਸਿਰਫ ਇੱਥੋਂ ਤੱਕ ਨਹੀਂ ਹੈ, ਅਲਟੀਮੇਟਲੀ ਉਹਨਾਂ ਨੇ ਕਿਹਾ ਜੀ ਅਸੀਂ ਡੀਲਿਮਿਟੇਸ਼ਨ ਕਰਾਂਗੇ ਕੰਸਟੀਚੁਐਂਸੀਜ਼ ਦੀ, ਜੰਮੂ ਕਸ਼ਮੀਰ ਦੀਆਂ 7 ਸੀਟਾਂ ਅਸੈਂਬਲੀ ਦੀਆਂ ਹੋਰ ਵਧਾਵਾਂਗੇ ਔਰ ਉਹ ਸਾਰਾ ਜਿਹੜਾ ਉਹ ਹਿੰਦੂਆਈਜ਼ਡ ਕਰਨ ਦੀ ਲਾਈਨ ਹੈ। ਸੋ ਅਸੀਂ, ਸਾਡੇ ਸਾਹਮਣੇ ਬਾਬਾ ਨਾਨਕ ਜਦੋਂ ਉਹਨਾਂ ਨੇ ਮਨੁੱਖੀ ਪੀੜ ਨੂੰ ਦੇਖਿਆ, ਉਹਨਾਂ ਦੇ ਜ਼ੁਲਮਾਂ ਦੀ ਗੱਲ ਕੀਤੀ, ਗੁਰੂ ਨਾਨਕ ਸਾਹਿਬ ਨੇ ਵੇਲੇ ਦੇ ਜਿਹੜੇ ਹਾਕਮ ਸੀ ਉਹਨਾਂ ਦੇ ਉੱਤੇ ਇਹ ਆਪਣਾ ਬਾਣੀ ਦਾ ਫਰਮਾਨ ਦਿੱਤਾ ਸੀ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਕਿ ਰਾਜੇ ਜਿਹੜੇ ਨੇ ਉਹ ਸ਼ੇਰ ਵਾਂਗ ਜਿਹੜੀ ਬੇਬਸ ਜਨਤਾ ਹੈ, ਪਰਜਾ ਹੈ, ਆਵਾਮ ਹੈ, ਉਸ ਦੇ ਉੱਤੇ ਝਪਟਦੇ ਨੇ ਔਰ ਉਹਨਾਂ ਦੇ ਜਿਹੜੇ ਅਹਿਲਕਾਰ ਨੇ, ਉਹਨਾਂ ਦੇ ਨੌਕਰ ਨੇ, ਉਹ ਕੁੱਤਿਆਂ ਵਾਂਗ ਨੇ। ਉਹ ਜਦੋਂ ਸ਼ੇਰ ਝਪਟਿਆ ਉਹਨੇ ਜ਼ਖਮੀ ਕਰ ਦਿੱਤਾ ਜਾਂ ਦੂਜਾ, ਉਹ ਕੁੱਤਿਆਂ ਵਾਂਗ ਫਿਰ ਅਹਿਲਕਾਰ ਉਹਨਾਂ ਨੂੰ ਅੱਗੋਂ ਚੁੰਡਦੇ ਨੇ, ਰੱਤ ਪਿੱਤ ਕੁੱਤਿਓ ਚੱਟ ਜਾਓ। ਸੋ ਇਹ ਇੱਕ ਬੜੀ ਸਟਰੋਂਗ ਸਟੇਟਮੈਂਟ ਸੀ। ਔਰ ਇਹੀ ਨਹੀਂ, ਉਹਨਾਂ ਨੇ ਜਦੋਂ ਜ਼ੁਲਮ ਹੁੰਦਾ ਹੈ ਔਰ ਆਵਾਮ ਦੁੱਖ ਦੇ ਵਿੱਚ ਹੈ ਤੇ ਈਵਨ ਆਪਣੇ ਰੱਬ ਨੂੰ ਵੀ ਇਹ ਸ਼ਿਕਾਇਤ ਕੀਤੀ ਪਿਆਰ ਭਰੇ ਉਸ ਤਨਜ਼ ਦੇ ਵਿੱਚ ਕਿ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਕਿ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਇੰਨੀ ਮਾਰ ਪੈ ਰਹੀ ਹੈ, 4 ਚੁਫੇਰੇ ਕੁਰਲਾਟ ਮਚੀ ਹੋਈ ਹੈ, 4 ਚੁਫੇਰੇ ਤਕਲੀਫ ਹੈ, ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਆ। ਜਿਨ੍ਹਾਂ ਦੇ ਸੋਹਣੇ ਪੁੱਤਰ, ਸੋਹਣੇ ਪਤੀ ਸ਼ਾਮ ਨੂੰ ਘਰੀ ਨਹੀਂ ਪਰਤੇ, ਉਹਨਾਂ ਦੀਆਂ ਰਾਤਾਂ ਕਿਵੇਂ ਬੀਤਣਗੀਆਂ, ਉਹ ਕਿਵੇਂ ਜੀਣਗੇ। ਤੇ ਜੇ ਬਾਬਾ ਨਾਨਕ ਉਸ ਮਨੁੱਖੀ ਪੀੜ ਦੇ ਨਾਲ ਪੂਰੀ ਤਰ੍ਹਾਂ ਲਿਬਰੇਜ਼ ਹੋ ਕੇ ਕਹਿੰਦੇ ਨੇ ਕਿ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ, ਕਿ ਮੈਂ ਇਹ ਜਿਹੜੇ ਗੀਤ ਗਾ ਰਹੇ ਆ ਇਹ ਖੂਨ ਦੇ ਨਾਲ ਲਿਖੇ ਹੋਏ ਨੇ। ਔਰ ਇਸ ਦੇ ਉੱਤੇ ਜੇ ਕੇਸਰ, ਜਿਵੇਂ ਵਿਆਹ ਦੇ ਵੇਲੇ ਸ਼ਗਨਾਂ ਦਾ ਕੇਸਰ ਛਿੜਕਿਆ ਜਾਂਦਾ ਹੈ, ਪਰ ਇੱਥੇ ਖੂਨ ਦਾ ਹੀ ਜਿਹੜਾ ਉਹ ਕੇਸਰ ਬਣਿਆ ਹੋਇਆ, ਉਹੀ 4 ਚਫੇਰੇ ਮਾਸਪੁਰੀ ਵਿੱਚ ਆਖ ਮਸੋਲਾ।
ਚਾਰ ਚਫੇਰੇ ਮਾਸ ਦੀ ਦੁਰਗੰਧ ਹੈ। ਜੀ। ਪਰ ਜਦੋਂ ਹੀ ਮੈਂ ਅੱਖਾਂ ਬੰਦ ਕਰਦਾ ਹਾਂ, ਕਸ਼ਮੀਰ ਵਾਦੀ ਜਿਸ ਨੂੰ ਕਦੇ ਇਸ ਧਰਤੀ ਦੇ ਉੱਤੇ ਜੰਨਤ ਦਾ ਦਰਜਾ ਦਿੱਤਾ ਗਿਆ ਸੀ, ਕਦੇ ਉਹ ਸੋਹਣੇ ਚਿਨਾਰਾਂ ਦੇ ਦਰਖਤ ਜਿਨ੍ਹਾਂ ਦੀ ਖੂਬਸੂਰਤੀ ਕਵੀਆਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਲਿਆਂਦੀ, ਕਿਤੇ ਉਹ ਅੱਡ-ਅੱਡ ਕਿਸਮ ਦੇ ਸ਼ਿਕਾਰੇ ਔਰ ਉਹ ਪਹਿਲਗਾਮ ਔਰ ਵੈਰੀ ਨਾਗ ਔਰ ਉਹ ਸਾਰੇ ਪਾਣੀ ਦੇ ਝਰਨੇ, ਉਹ ਖੂਬਸੂਰਤ ਵਾਦੀ, ਅੱਜ ਉਹ ਚਿਨਾਰ ਜਿਹੜੇ ਨੇ ਉਹਨਾਂ ਦੇ ਵੀ ਹੰਝੂ ਨੇ, ਅੱਜ ਉਹਨਾਂ ਦੇ ਲੇਕ ਖੂਨ ਦੇ ਲੇਕ ਬਣੇ ਹੋਏ ਨੇ। ਘਰਾਂ ਦੇ ਵਿੱਚ ਕਿਸ ਕਦਰ ਫੌਜ ਔਰ ਇਹ ਸੁਰੱਖਿਆ ਦਸਤੇ ਜ਼ੁਲਮ ਕਰ ਰਹੇ ਨੇ, ਕਿਵੇਂ ਉਸ ਸਾਰੀ ਸਟੇਟ ਨੂੰ ਜਿਹੜਾ ਹੈ ਪੈਰਾਂ ਦੇ ਥੱਲੇ ਆਰਮੀ ਜੈਕ ਬੂਟ ਦੇ ਥੱਲੇ ਰੋਲਿਆ ਜਾ ਰਿਹਾ ਹੈ। ਸੋ ਅਸੀਂ ਤਾਂ ਰੱਬ ਦੇ ਚਰਨਾਂ ਦੇ ਵਿੱਚ ਅਰਦਾਸ ਹੀ ਕਰ ਸਕਦੇ ਹਾਂ ਜੀ ਕਿ ਅੱਲਾਹ ਤਾਲਾ ਵਾਹਿਗੁਰੂ ਕਸ਼ਮੀਰੀਆਂ ਨੂੰ ਹਿੰਮਤ ਦੇ, ਹੌਸਲਾ ਦੇ। ਇਹ ਵੀ ਸਮਾਂ ਸਦਾ ਨਹੀਂ ਰਹਿਣਾ, ਜੀ ਇਹ ਵੀ ਬੀਤ ਜਾਏਗਾ, ਪਰ ਬਿਲਕੁਲ। ਉਹ ਆਪਣੇ ਹੌਸਲੇ ਦੇ ਨਾਲ ਆਜ਼ਾਦੀ ਦੀ ਆਪਣੀ ਲੜਾਈ ਦੇ ਵਿੱਚ ਕਾਮਯਾਬ ਹੋਣ, ਉਹਨਾਂ ਦਾ ਸਬਰ, ਸਿਦਕ, ਹੌਸਲਾ ਕਾਇਮ ਰਹੇ। ਇਹੀ ਦੁਆ ਦੇ ਨਾਲ ਅਸੀਂ ਅੱਜ ਦਾ ਇਹ ਪ੍ਰੋਗਰਾਮ ਸਮੁੱਚਾ ਹੀ ਆਪਣੇ ਉਸ ਸੰਘਰਸ਼ ਵਿੱਚ ਜੁੜੇ ਹੋਏ, ਸਟਰਗਲ ਦੇ ਵਿੱਚ ਜੁੜੇ ਹੋਏ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਮ ਇਸ ਪ੍ਰੋਗਰਾਮ ਨੂੰ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਮਿਹਰ ਕਰੇ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@HVG4.tv ਤੇ ਅਸੀਂ ਆਪਣਾ ਪ੍ਰੋਗਰਾਮ ਫਿਰ ਦੁਬਾਰਾ ਲੈ ਕੇ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।